ਵਾਹਿਗੁਰੂ ਸਾਹਿਬ ਜੀਓ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਭਵਾਈਐ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਪਰਮ ਸਨਮਾਨਿਓ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਮੁਕੱਦਸ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤਮਈ ਬਾਣੀ, ਜੋ ਹਰ ਇੱਕ ਸਿੱਖ ਦੇ ਜੀਵਨ ਦਾ ਨੇਮ ਹੈ। ਪਾਵਨ ਸ਼੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਸੰਗਤ ਦੀ ਆਸੀਸ ਸਦਕਾ ਪਿਛਲੇ ਦਿਨਾਂ ਤੋਂ ਆਰੰਭ ਹੋਈ ਹੈ। ਅੱਜ ਵਿਚਾਰ ਅਧੀਨ ਇਹ ਪਾਵਨ ਦੂਜੀ ਪੌੜੀ ਇਸ ਅੰਮ੍ਰਿਤ ਬਾਣੀ ਦੇ ਅੰਦਰੋਂ ਆਪ ਜੀ ਨੇ ਸਰਵਣ ਕੀਤੀ ਹੈ। ਆਓ ਸਾਧ ਸੰਗਤ ਸਾਹਿਬਾਂ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪਾਂ ਰਲ ਮਿਲ ਕੇ ਸਮਝਣ ਦਾ ਯਤਨ ਕਰਨਾ ਹੈ। ਆਪ ਜਿਤਨੇ ਤਨ ਗੁਰੂ ਦੀ ਗੋਦ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਸਤਿਗੁਰਾਂ ਕੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਮਨੁੱਖ ਨੂੰ ਉਸ ਕਰਤੇ ਪ੍ਰਮਾਤਮਾ ਹੁਕਮ ਦੇ ਅੰਦਰ ਵਾਰ-ਵਾਰ ਚੱਲਣ ਦੀ ਤਾਕੀਦ ਸਤਿਗੁਰ ਨੇ ਬਾਣੀ ਵਿੱਚ ਕੀਤੀ ਹੈ। ਅੰਮ੍ਰਿਤ ਬਾਣੀ ਦੇ ਫਰਮਾਨ ਆਪ ਰੋਜ਼ ਸਰਵਣ ਕਰਦੇ ਹੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਉਹ ਸਿੱਖ ਗੁਰੂ ਦਾ ਮਿੱਤਰ ਤੇ ਉਹ ਹੀ ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਗੁਰੂ ਦੀ ਰਜ਼ਾ ਦੇ ਵਿੱਚ ਚੱਲਦਾ ਹੈ। ਗੁਰੂ ਦੇ ਭਾਣੇ ਵਿੱਚ ਰਹਿਣ ਵਾਲਾ, ਗੁਰੂ ਦੀ ਰਜ਼ਾ ਵਿੱਚ ਚੱਲਣ ਵਾਲਾ ਹੀ ਗੁਰੂ ਦਾ ਸਿੱਖ ਹੈ। ਗੁਰੂ ਦੀ ਰਜ਼ਾ ਵਿੱਚ ਚੱਲਣ ਵਾਲਾ ਹੀ ਗੁਰੂ ਦਾ ਰਿਸ਼ਤੇਦਾਰ ਹੈ। ਗੁਰੂ ਦੀ ਰਜ਼ਾ ਵਿੱਚ ਚੱਲਣ ਵਾਲਾ ਹੀ ਗੁਰੂ ਦਾ ਮਿੱਤਰ ਹੈ। ਇੱਕ ਬਚਨ ਹੋਰ ਆਪ ਬਾਣੀ ਵਿੱਚੋਂ ਪੜ੍ਹਦੇ ਹੋ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਬਚਨ ਹੈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇਂ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਉਹ ਸਿੱਖ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ, ਜਿਨੇ ਸਤਿਗੁਰ ਕੀ ਬਾਣੀ ਨੂੰ ਸੁਣਿਆ ਵੀ ਤੇ ਗਾਵਿਆ ਵੀ। ਪਰ ਪਾਤਸ਼ਾਹ ਕਹਿੰਦੇ ਨੇ, ਗਾਵਿਆ ਤੇ ਸੁਣਿਆ ਪ੍ਰਵਾਨ ਉਸੇ ਦਾ ਹੈ
ਜਿਨੇ ਗਾਵੇ ਤੇ ਸੁਣੇ ਨੂੰ ਆਪਣੇ ਜੀਵਨ ਦੇ ਵਿੱਚ ਸਤ ਕਰਕੇ ਮੰਨ ਲੇ, ਭਲਾ ਕਰਕੇ ਮੰਨ ਲੇ। ਸਾਧ ਸੰਗਤ ਜੀ ਦੋ ਗੱਲਾਂ ਨੇ। ਇੱਕ ਬੱਚਾ ਉਹ ਹੈ ਜਿਹੜਾ ਆਪਣੇ ਪਿਤਾ ਨੂੰ ਬੜੇ ਸਤਿਕਾਰ ਦੇ ਨਾਲ ਜਿੱਥੇ ਸੀਸ ਝੁਕਾਉਂਦਾ ਹੈ, ਜਿੱਥੇ ਆਪਣੇ ਪਿਤਾ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ, ਸਵੇਰੇ ਉੱਠਦਾ ਹੈ ਤੇ ਸਭ ਤੋਂ ਪਹਿਲਾਂ ਆਪਣੇ ਪਿਤਾ ਦੇ ਪੈਰਾਂ ਨੂੰ ਹੱਥ ਲਾਉਂਦਾ ਹੈ। ਸਾਰਾ ਦਿਨ ਆਪਣੇ ਪਿਤਾ ਦੇ ਹੁਕਮ ਨੂੰ ਮੰਨਣ ਦੇ ਲਈ ਆਪਣੇ ਪਿਤਾ ਦੇ ਅੱਗੇ ਪਿੱਛੇ ਦੌੜਦਾ ਹੈ ਵੀ ਮੇਰਾ ਪਿਤਾ, ਮੇਰਾ ਬਾਪ ਮੈਨੂੰ ਜੋ ਹੁਕਮ ਕਰੇਗਾ ਉਹਨੂੰ ਮੰਨਣਾ ਮੇਰੇ ਜੀਵਨ ਦਾ ਆਧਾਰ ਹੈ। ਉਹ ਮੰਨ ਕੇ ਹੀ ਮੈਂ ਜੀਵਨ ਵਿੱਚ ਆਪਣੇ ਜੀਵਨ ਦੇ ਮਕਸਦ ਨੂੰ ਕਮਾ ਸਕਣਾ। ਤੇ ਧਿਆਨ ਦੇਣਾ, ਇੱਕ ਬੱਚਾ ਉਹ ਹੈ ਸਾਧ ਸੰਗਤ ਜਿਹੜਾ ਸਵੇਰੇ ਉੱਠਦਾ ਹੈ, ਸਤਿਕਾਰ ਆਪਣੇ ਪਿਤਾ ਦਾ ਪੂਰਾ ਕਰਦਾ ਹੈ, ਪਰ ਸਤਿਕਾਰ ਕਰਨ ਤੋਂ ਬਾਅਦ ਪਿਤਾ ਦੇ ਹੁਕਮ ਨੂੰ, ਪਿਤਾ ਦੀ ਗੱਲ ਨੂੰ ਕਦੇ ਵੀ ਸਵੀਕਾਰ ਨਹੀਂ ਕਰਦਾ। ਹੁਣ ਨਿਰਣਾ ਤੁਸੀਂ ਸਾਧ ਸੰਗਤ ਆਪ ਕਰ ਲਓ ਵੀ ਦੋਨਾਂ ਦੇ ਵਿੱਚੋਂ ਆਪਣੇ ਪਿਤਾ ਦੇ ਨੇੜੇ ਕੌਣ ਹੋਏਗਾ? ਉਹੀ ਨੇੜੇ ਹੋਏਗਾ ਨਾ ਜਿਹੜਾ ਸਤਿਕਾਰ ਤੇ ਕਰਦਾ ਹੀ ਹੈ, ਪਰ ਸਤਿਕਾਰ ਕਰਨ ਦੇ ਨਾਲ ਨਾਲ ਆਪਣੇ ਪਿਤਾ ਦੇ ਹੁਕਮ ਨੂੰ ਵੀ ਮੰਨਦਾ ਹੈ। ਇਸੇ ਤਰ੍ਹਾਂ ਜਿਹੜਾ ਸਿੱਖ ਹੈ ਉਹ ਕਰਤੇ ਪਰਮਾਤਮਾ ਅਕਾਲ ਪੁਰਖ ਨੂੰ ਆਪਣਾ ਪਿਤਾ ਕਹਿੰਦਾ ਹੈ। ਆਪ ਬਾਣੀ ਪੜ੍ਹਦੇ ਹੋ, ਸਾਹਿਬ ਕਹਿੰਦੇ ਨੇ ਏਕ ਪਿਤਾ ਏਕਸ ਕੇਹਮ ਬਾਰਿਕ ਤੂੰ ਮੇਰਾ ਗੁਰਹਾਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਪੜ੍ਹਦੇ ਹੋ, ਪਾਤਸ਼ਾਹ ਕਹਿੰਦੇ ਨੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਸਿੱਖ ਉਸ ਕਰਤੇ ਨੂੰ, ਮਾਲਕ ਨੂੰ ਆਪਣਾ ਪਿਤਾ ਕਹਿ ਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਉਸ ਮਾਲਕ ਦੇ ਹੁਕਮ ਨੂੰ ਤੂੰ ਮੰਨ। ਬਾਣੀ ਕਹਿੰਦੀ ਹੈ ਸਾਰੀ ਸ੍ਰਿਸ਼ਟੀ ਜਿੰਨੀ ਆਕਾਰ ਸਾਨੂੰ ਨਜ਼ਰ ਆ ਰਿਹਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਸਭ ਪਰਮਾਤਮਾ ਦੇ ਹੁਕਮ ਵਿੱਚ ਹੈ। ਇੱਕ ਗੱਲ ਹੋਰ ਸਾਧ ਸੰਗਤ, ਜਦੋਂ ਪਰਮਾਤਮਾ ਦੇ ਹੁਕਮ ਦੀ ਗੱਲ ਆਉਂਦੀ ਹੈ ਉਦੋਂ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਵੀ ਪੈਦਾ ਹੁੰਦੇ ਨੇ, ਕਈ ਤਰ੍ਹਾਂ ਦੀਆਂ ਮਨ ਵਿੱਚ ਵਿਚਾਰਾਂ ਵੀ ਜਨਮ ਲੈਂਦੀਆਂ ਨੇ ਕਿ ਜੇ ਪਰਮਾਤਮਾ ਦਾ ਹੁਕਮ ਸਮੁੱਚੀ ਕਾਇਨਾਤ ਵਿੱਚ ਵਰਤਦਾ ਹੈ ਤੇ ਫਿਰ ਇੰਨਾ ਕੁਝ ਜਿਹੜਾ ਸੰਸਾਰ ਵਿੱਚ ਬੁਰਾ ਹੋ ਰਿਹਾ ਹੈ ਸਭ ਪਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਇੰਨਾ ਕੁਝ ਸੰਸਾਰ ਤੇ ਜੋ ਮਾੜਾ ਹੋ ਰਿਹਾ ਹੈ ਸਭ ਪਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਤੇ ਮੈਂ ਬੜੀ ਬੜੀ ਬੇਨਤੀ ਕਰਨਾ ਹੁੰਨਾ, ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ, ਪਰ ਸੱਚ ਇਹ ਹੈ ਵੀ ਸਾਨੂੰ ਪਰਮਾਤਮਾ ਦਾ ਹੁਕਮ ਸਮਝਣਾ ਪਏਗਾ। ਹੁਣ ਇਸ ਗੱਲ ਨੂੰ ਮੈਂ ਥੋੜਾ ਜਿਹਾ ਕਲੀਅਰ ਕਰਦੇ ਹਾਂ। ਜੋ ਆਪਾਂ ਸ਼ਬਦ ਸਤਿਗੁਰ ਦਾ ਅੱਜ ਵਿਚਾਰਨਾ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਸਾਧ ਸੰਗਤ, ਇਸ ਸੰਸਾਰ ਅੰਦਰ ਹੁਕਮ ਨੂੰ ਦੋ ਤਰੀਕਿਆਂ ਨਾਲ ਬਾਣੀ ਦੇ ਅੰਦਰ ਪਰਿਭਾਸ਼ਿਤ ਕੀਤਾ ਗਿਆ। ਹੁਕਮ ਬਾਣੀ ਦੇ ਅੰਦਰ ਦੋ ਰੂਪਾਂ ਦੇ ਵਿੱਚ ਸਾਡੇ ਸਾਹਮਣੇ ਆਉਂਦਾ। ਇੱਕ ਹੁਕਮ ਗੁਰੂ ਦਾ ਹੁਕਮ ਤੇ ਇੱਕ ਹੁਕਮ ਕਰਤੇ ਪਰਮਾਤਮਾ ਅਕਾਲ ਪੁਰਖ ਦਾ ਹੁਕਮ। ਜਿੱਥੇ ਬਾਣੀ ਦੇ ਅੰਦਰ ਗੁਰੂ ਦੇ ਹੁਕਮ ਦੀ ਗੱਲ ਆਏਗੀ ਉੱਥੇ ਸਤਿਗੁਰ ਦੇ ਕਹਿਣ ਦਾ ਭਾਵ ਹੈ ਗੁਰੂ ਦਾ ਉਪਦੇਸ਼, ਜੋ ਗੁਰੂ ਨੇ ਸਾਨੂੰ ਆਗਿਆ ਕੀਤੀ ਹੈ ਬਾਣੀ ਦੇ ਅੰਦਰ। ਜੋ ਬਚਨ ਆਪਾਂ ਹੁਣੇ ਸਾਂਝੇ ਵੀ ਕਰਕੇ ਗਏ ਆ, ਸੋ ਸਿੱਖ ਸਖਾ ਬੰਧਪ ਹੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਤੇ ਜਿੱਥੇ ਗੁਰੂ ਤੋਂ ਬਾਅਦ ਪਰਮਾਤਮਾ ਦੇ ਹੁਕਮ ਦੀ ਗੱਲ ਆਈ ਉੱਥੇ ਹੁਕਮ ਦਾ ਮਤਲਬ ਹੈ ਪਰਮਾਤਮਾ ਦਾ ਬਣਾਇਆ ਹੋਇਆ ਕੁਦਰਤ ਦਾ ਨਿਯਮ। ਜਦੋਂ ਪਰਮਾਤਮਾ ਦੇ ਨਿਯਮ ਦੇ ਵਿੱਚ ਜੀਵਾਂਗੇ, ਪਰਮਾਤਮਾ ਦੇ ਨਿਯਮ ਦੇ ਵਿੱਚ ਰਵਾਂਗੇ, ਉਦੋਂ ਸਤਿਗੁਰ ਕਹਿੰਦੇ ਨੇ ਤੂੰ ਉੱਤਮ ਹੋ ਜਾਏਗਾ, ਉਦੋਂ ਤੂੰ ਸੁਖ ਭੋਗੇਗਾ, ਉਦੋਂ ਤੇਰਾ ਜੀਵਨ ਸੁਖਮਈ ਹੋ ਜਾਏਗਾ, ਉਦੋਂ ਤੇਰੇ ਜੀਵਨ ਦੇ ਅੰਦਰ ਆਨੰਦ ਆ ਜਾਏਗਾ, ਉਦੋਂ ਤੈਨੂੰ ਪਰਮਾਤਮਾ ਦੀ ਇਸ ਕੁਦਰਤ ਦੇ ਵਿੱਚ ਰਹਿਣ ਦਾ ਆਨੰਦ ਪ੍ਰਾਪਤ ਹੋਏਗਾ। ਬਸ ਇਹਦੇ ਲਈ ਉਸ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਬੜਾ ਜ਼ਰੂਰੀ ਹੈ। ਇਹਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ। ਸਾਧ ਸੰਗਤ, ਆਪਾਂ ਸਾਰੇ ਸਮਾਜਿਕ ਜੀਵ ਹਾਂ, ਸਮਾਜ ਵਿੱਚ ਰਹਿੰਦੇ ਹਾਂ ਤੇ ਸਮਾਜ ਵਿੱਚ ਰਹਿੰਦੇ ਹਾਂ ਹਰ ਦੇਸ਼ ਦਾ ਕੋਈ ਨਾ ਕੋਈ ਨਿਯਮ ਹੈ, ਕਾਨੂੰਨ ਹੈ, ਲਾਅ ਹੈ। ਅਸੀਂ ਸਾਧ ਸੰਗਤ ਸੜਕ ਤੇ ਤੁਰਦੇ ਹਾਂ
सड़क ते तुरदिਆਂ ਹੋਇਆਂ ਸਾਨੂੰ ਹੁਕਮ है कि ਅਸੀਂ ਆਪਣੇ ਸੱਜੇ ਪਾਸੇ ਨੂੰ ਤੁਰਨਾ है। ध्यान देना, जे कोई इंसान आखे भी नहीं मैं ते अपनी मर्जी नाल खब्बे पासे नूं तुरना है, ते खब्बे पासे नूं तुरन वाले बंदे दा जदों अगों कोई नुकसान होएगा ते वो किसी कोर्ट विच चला जाए, अदालत विच चला जाए, आखे भी मैं ते बड़े आराम नाल जा रहा सां, इस बंदे दी गलती, इस बंदे ने मेरे नाल एक्सीडेंट कीता है, पर जदों कोर्ट दे विच वो सारे एविडेंस रखे जाणगे भी गलती इस बंदे दी है क्योंकि एक गलत पासों आ रहा सी, क्योंकि एक नियम है, एक कानून है कि तुसी अपने सज्जे पासे ही रोड ते चल सकते हो, ते जिहड़ा खब्बे पासों आएगा गलती उसकी मन्नी जाएगी। एक होर नुकता तुसी बाणी दे विचों आपां जिहड़ी गल समझनी है, मैं इस करके संसार दीयां एग्जाम्पलां आप जी दे सामने रख रहा साध संगत, क्योंकि संसारिक तल ते असीं समाजिक जीवन इन्हां चीज़ां नूं समझना बड़ा सौखा हो जाता है। सतगुरु गुरु ग्रंथ साहिब जी दे अंदर जो पावन बचन आपां साझे कर रहे हैं, तुसीं इस रोड ते चलदे हो, रोड दे उपर जिथे किते चुराया आया, रोड क्रॉसिंग आई, उस जगह ते लाल बत्ती रैड बत्ती लगी हुई है। कानून लॉ ये कहता है, नियम ये कहता है भी जो रैड लाइट हो गई तुसी रुक जाना है, तुसी अपनी वारी का इंतज़ार करना है, जिस वेले तुहाडी वारी आएगी तुसी उस वेले अपना सफ़र अगे तय करना है, जो लाइट ग्रीन होएगी तुसी तां चलना है। हुण मेरे वर्गा इंसान आखे भी नहीं ये तो मेरी मर्जी है, मैं तो लाखां रुपए की गड्डी खरीदी है, मैं तो रोड टैक्स भी देना, मैं तो सरकार नूं टैक्स भी भरना, मेरी मर्जी है, मैं तो रैड लाइट ते नहीं रुकांगा। सच जाने जिहड़ा बंदा ये सोच के चलदा है ना, जिस वेले वो रैड लाइट नूं क्रॉस करदा है ते उहदा चलान कटिया जांदा है, वो उस वेले कानून नियम नूं तोड़दा है, ते जदों नियम नूं तोड़दा है ते ध्यान देना उस नियम की सज़ा भी उन्होंने मिलती है। धन गुरु ग्रंथ साहिब पातशाह कहते हैं करते का एक लॉ ऑफ नेचर है, उन्हें अपनी कुदरत का एक नियम बनाया है, जिहड़ा कुदरत के बनाए हुए परमात्मा के बनाए हुए नियम दे विच रहिंदा है। धन गुरु नानक साहिब जी कहते हैं वो परमात्मा के नेड़े हो जाता है, ते जिहड़ा उस नियम नूं तोड़दा है, ध्यान देना उन्होंने जीवन दे विच दुख आते हैं, उन्होंने जीवन दे विच मुसीबत आउंदियां ने, उन्होंने जीवन दे विच उस तोड़े हुए लौ के अनुसार मिली हुई सज़ा नूं भुगतना पैंदा है। धन गुरु नानक पातशाह जी के पावन बचनों नूं आपां समझिए। सतगुर कहंदे ने हुक्मी होवणे आकार, हे मेरे मालक का जिन्ने आकार ने, आकार का मतलब है जिन्ने संसार के अंदर जीव पैदा हुए ने, आकार शेप, कीड़ी तो लैके हाथी तक ऐसे जीव जिहड़े साध संगत सानू अपने इन्हां नेत्रां नाल नज़र भी नहीं आउंदे, जिन्हां नूं वेखण दे लई माइक्रोस्कोप चाहिदा है। तुसीं वेखो ऐसे किन्ने जी रब ने पैदा कीते ने जिहड़े सानू नज़र नहीं आउंदे, पर पातशाह कहंदे ने सब परमात्मा दे हुक्म विच आकार साजे गए ने। वैसे 4 तरह दीयां खाणियां मन्नियां गईयां ने, अंडज, जेरज, उत्पुज, सेतज, पर गुरु ग्रंथ साहिब पातशाह जी की पावन बाणी कहती है केतियां खाणियां केतियां बाणी केते पात नरिंद। सतगुर तेरियां खाणियां किन्नियां ने, किन्नी जीव किस किस ढंग नाल पैदा हुंदे ने। धन गुरु नानक साहिब कहते हैं मेरे करते माल को बयान नहीं किए जा सकते। ये सब आकार हुक्म विच उहदे भाणे विच ही जन्म है। ये हुक्म ये जन्म कुदरती नेम के अनुसार है। ये जिस नेम दे विच होना है जन्म उस तरह ही होना है। ध्यान देना मात पिता बिन बाल ना होई, ये कुदरत का नियम है। तो जो हुण कोई आखे भी नहीं कि सेब खा के बच्चा पैदा हो जाए, साडे समाज विच ऐसे बड़े ने साध संगत जिहड़े ऐसियां ऐसियां थावां ते जांदे ने जिहड़े कहंदे ने सेब खाण दे नाल भी बच्चे पैदा हो जांदे ने। असीं किते बाहर जाण दी गल ना करिए, असीं जदों अनेक ऐसे ग्रंथ ने, आप टीवी ते बहुत कुछ ऐसा वेखदे हो, जदों आप उन्हां सीरीयलां नूं वेखदे हो जिहड़े पुराने
ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਦੇ ਨਾਲ ਸੰਸਾਰ ਦੇ ਸਾਹਮਣੇ ਰੱਖੇ ਜਾਂਦੇ ਨੇ, ਉੱਥੇ ਕਿਸੇ ਦੀ ਮੈਲ ਲਾ ਕੇ ਵੀ ਬੱਚੇ ਦੀ ਪੈਦਾਇਸ਼ ਹੋ ਰਹੀ ਹੈ। ਮਤਲਬ ਐਸੀਆਂ ਗੱਲਾਂ ਜਿਹੜੀਆਂ ਕੁਦਰਤ ਦੇ ਹੁਕਮ ਤੋਂ ਬਾਹਰ ਨੇ। ਸਾਧ ਸੰਗਤ ਕਦੀ ਐਸਾ ਹੋ ਸਕਦਾ ਬੰਦਾ ਕੋਈ 10-15 ਦਿਨ ਨਹਾਵੇ ਨਾ, ਤੇ ਜਿਹੜੀ ਮੈਲ ਪਿੰਡੇ ਦੀ ਹੋਵੇ, ਪਿੰਡੇ ਦੀ ਮੈਲ ਲਾ ਕੇ ਉਸ ਮੈਲ ਤੋਂ ਕਿਸੇ ਦਾ ਜਨਮ ਹੋ ਜਾਏ, ਉਸ ਮੈਲ ਤੋਂ ਕੋਈ ਆਕਾਰ ਬਣ ਜਾਏ। ਅਸੀਂ ਕਿੰਨਾ ਬੇਤੁਕੀਆਂ ਗੱਲਾਂ ਨੂੰ ਜੀਵਨ ਦਾ ਆਧਾਰ ਬਣਾ ਕੇ ਧਰਮ ਦੀ ਗੱਲ ਕਹਿ ਕੇ ਤੇ ਉਹਨਾਂ ਦੇ ਸਾਹਮਣੇ ਸਿਰ ਝੁਕਾਈ ਜਾ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਕੁਦਰਤ ਦਾ ਇੱਕ ਲਾਅ ਹੈ, ਇੱਕ ਨੇਚਰ ਹੈ। ਜਿਸ ਲਾਅ ਦੇ ਅਨੁਸਾਰ, ਨੇਚਰ ਦੇ ਹੁਕਮ ਦੇ ਅਨੁਸਾਰ ਇਹ ਸੰਸਾਰ ਵਿੱਚ ਉਤਪਤੀ ਹੁੰਦੀ ਹੈ, ਆਕਾਰ ਘੜੇ ਜਾਂਦੇ ਨੇ, ਤੇ ਕੁਦਰਤ ਦੇ ਲਾਅ ਦੇ ਵਿੱਚ ਹੀ ਮੌਤ ਹੈ। ਕੁਦਰਤ ਦੇ ਹੁਕਮ ਦੇ ਵਿੱਚ ਹੀ ਮੌਤ ਹੈ, ਹੁਕਮ ਤੋਂ ਬਾਹਰ ਨਹੀਂ। ਮੌਤ ਦਾ ਇੱਕ ਨਿਯਮ ਹੈ ਵੀ ਜਦੋਂ ਸਰੀਰ ਦੇ ਅੰਦਰੋਂ ਆਤਮਾ ਨਿਕਲ ਗਈ ਤੇ ਮੌਤ ਹੈ। ਧਿਆਨ ਦੇਣਾ, ਕੁਦਰਤ ਦਾ ਨਿਯਮ ਹੈ। ਸਰੀਰ ਦੇ ਅੰਦਰ ਆਤਮਾ ਹੈ, ਜੋਤ ਹੈ, ਸਵਾਸ ਚੱਲਦੇ ਨੇ, ਕੋਈ ਇਹ ਨਹੀਂ ਕਹਿ ਸਕਦਾ ਬੰਦਾ ਮਰ ਗਿਆ। ਕੁਦਰਤ ਦਾ ਨੇਮ ਹੈ। ਹੁਣ ਕੁਦਰਤ ਦੇ ਨੇਮ ਵਿੱਚ ਜਨਮ ਹੈ, ਕੁਦਰਤ ਦੇ ਹੁਕਮ ਵਿੱਚ ਮੌਤ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਇਹ ਜਿਤਨੀਆਂ ਸ਼ਕਲਾਂ ਨੇ, ਆਕਾਰ ਨੇ, ਜੋ ਕੁਝ ਸੰਸਾਰ ਦੇ ਅੰਦਰ ਨਜ਼ਰ ਆ ਰਿਹਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਭ ਪਰਮਾਤਮਾ ਦੇ ਹੁਕਮ ਵਿੱਚ ਹੈ। ਪਰ ਸਾਧ ਸੰਗਤ ਬੰਦੇ ਦਾ ਸੁਭਾਅ ਹੈ, ਇਹ ਪਰਮਾਤਮਾ ਦਾ ਅੱਧਾ ਕੁ ਹੁਕਮ ਤੇ ਮੰਨਣ ਲਈ ਤਿਆਰ ਹੈ, ਪਰ ਅੱਧਾ ਕੁ ਹੁਕਮ ਮੰਨਣ ਲਈ ਤਿਆਰ ਨਹੀਂ। ਤੁਸੀਂ ਕਹੋਗੇ ਵੀ ਇਹ ਕਿਵੇਂ ਹੋ ਸਕਦਾ ਵੀ ਅੱਧਾ ਕੁ ਹੁਕਮ ਮੰਨੇ ਤੇ ਅੱਧਾ ਕੁ ਨਾ ਮੰਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਇੱਕ ਸ਼ਬਦ ਹੈ ਵਡਹੰਸ ਰਾਗ ਵਿੱਚ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਾਤਸ਼ਾਹ ਕਹਿੰਦੇ ਨੇ ਕੌੜਾ ਕੋਈ ਨਾ ਮੰਗੇ। ਹੇ ਮੇਰੇ ਦਾਤਾ, ਦੁਨੀਆ ਦੇ ਅੰਦਰ ਕੌੜਾ ਪਦਾਰਥ ਕੋਈ ਵੀ ਨਹੀਂ ਮੰਗਦਾ। ਸਾਰੇ ਕਹਿੰਦੇ ਨੇ ਸਾਨੂੰ ਮਿੱਠੇ ਪਦਾਰਥ ਚਾਹੀਦੇ ਨੇ। ਕੌੜਾ ਕੋਈ ਨਾ ਮੰਗੇ, ਮਿੱਠਾ ਸਭ ਮੰਗੇ। ਸਭ ਕੋ ਮਿੱਠਾ ਮੰਗ ਦੇਖੇ। ਪਾਤਸ਼ਾਹ ਕਹਿੰਦੇ ਨੇ ਸਾਰੇ ਹੀ ਰੱਬ ਦੇ ਕੋਲੋਂ ਆ ਕੇ ਕਹਿੰਦੇ ਨੇ ਸੁੱਖ ਚਾਹੀਦਾ, ਸੁੱਖ ਚਾਹੀਦਾ, ਮਿੱਠੇ ਪਦਾਰਥ ਚਾਹੀਦੇ ਨੇ ਜੀਵਨ ਦੇ ਵਿੱਚ, ਇਹ ਵਸਤੂ ਚਾਹੀਦੀ ਜੀਵਨ ਦੇ ਵਿੱਚ, ਉਹ ਪਦਾਰਥ ਚਾਹੀਦੇ ਨੇ। ਸਭ ਕੋ ਮਿੱਠਾ ਮੰਗ ਦੇਖੇ। ਪਰ ਪਾਤਸ਼ਾਹ ਕਹਿੰਦੇ ਨੇ ਖਸਮ ਭਾਵੈ ਸੋ ਕਰੇ। ਪਰ ਖਸਮ ਨੂੰ ਜੋ ਪਾਉਂਦਾ ਹੈ ਖਸਮ ਉਹ ਕਰਦਾ ਹੈ। ਖਸਮ ਇਹ ਨਹੀਂ ਕਹਿੰਦਾ ਵੀ ਜੇ ਇਹਨੂੰ ਸੁੱਖ ਚਾਹੀਦਾ ਤੇ ਮੈਨੂੰ ਸੁੱਖ ਦੇ ਦਿਆਂ। ਅਸਲ ਵਿੱਚ ਖਸਮ ਉਹਨੇ ਕੁਦਰਤ ਨੂੰ ਆਪਣੇ ਇੱਕ ਨੇਮ ਵਿੱਚ ਚਲਾਇਆ ਹੈ। ਜਿਹੜਾ ਉਸ ਨੇਮ ਨੂੰ ਫੋਲੋ ਕਰਦਾ ਹੈ ਉਹਨੂੰ ਜੀਵਨ ਦੇ ਵਿੱਚ ਸੁੱਖ ਮਿਲਦਾ ਹੈ। ਜਿਹੜਾ ਉਸ ਨੇਮ ਨੂੰ ਫੋਲੋ ਨਹੀਂ ਕਰਦਾ ਉਹਨੂੰ ਜੀਵਨ ਵਿੱਚ ਦੁੱਖ ਮਿਲਦਾ ਹੈ। ਫਿਰ ਜਿਹਨੂੰ ਕੁਦਰਤ ਦੇ ਨੇਮ ਵਿੱਚ ਰਹਿ ਕੇ ਇਹਨਾਂ ਦੋਨਾਂ ਚੀਜ਼ਾਂ ਦੀ ਸਮਝ ਆ ਜਾਂਦੀ ਹੈ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿਹਨੂੰ ਸਮਝ ਆ ਜਾਂਦੀ ਉਹ ਫਿਰ ਕਹਿੰਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਸੁਖ ਸਨੇਹਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਸਭ ਕਹਿੰਦੇ ਨੇ ਉਹਦਾ ਹੁਕਮ ਕਿੰਨਾ ਵੱਡਾ ਹੈ, ਉਹਦੇ ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਕੋਈ ਦੁਨੀਆ ਦੇ ਅੰਦਰ ਕਿੰਨਾ ਵੀ ਪਹੁੰਚਿਆ ਹੋਇਆ ਹੋਵੇ, ਉਹਦੇ ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਉਹਦਾ ਹੁਕਮ ਕਿੰਨਾ ਵੱਡਾ ਹੈ। ਅਗਲੇ ਪਲ ਉਹਦੇ ਹੁਕਮ ਵਿੱਚ ਕੀ ਹੋਣਾ ਹੈ। ਵੇਖੋ ਜੋਤਿਸ਼ ਵਿਦਿਆ ਦੇ ਅਨੁਸਾਰ ਬਹੁਤ ਕੁਝ ਐਸਾ ਜਿਹੜਾ ਬੰਦੇ ਨੂੰ ਦੱਸਿਆ ਜਾਂਦਾ ਹੈ ਵੀ ਤੇਰੇ ਜੀਵਨ ਵਿੱਚ ਆ ਕੁਝ ਹੈ, ਆ ਕਰੇਗਾ ਤੇ ਇੰਜ ਹੋ ਜਾਏਗਾ, ਇੰਜ ਤੈਨੂੰ ਸੁੱਖ ਮਿਲਣਗੇ, ਅੱਜ ਤੋਂ ਇੰਨੇ ਸਾਲ ਬਾਅਦ ਤੇਰੇ ਜੀਵਨ ਵਿੱਚ ਇਹ ਘੜੇਗਾ, ਇਹ ਹੋਏਗਾ। ਪਰ ਸੱਚ ਹੈ ਜਦੋਂ ਕੁਦਰਤ ਵਿੱਚ ਇੰਨੀਆਂ ਵਿਪਦਾਵਾਂ ਆਉਂਦੀਆਂ ਨੇ, ਇੰਨਾ ਕੁਝ ਕੁਦਰਤ ਵਿੱਚ ਘਟਦਾ ਹੈ। ਕਿਤੇ ਹੜ੍ਹ ਆ ਗਏ, ਕਿਤੇ ਭੂਕੰਪ ਆ ਗਿਆ, ਕਿਤੇ ਕੁਝ ਆ ਗਿਆ, ਪਰ ਸੱਚ ਜਾਣਿਓ ਉਦੋਂ ਜੋਤਿਸ਼ ਵਿਦਿਆ ਸਾਰੀ ਚੁੱਪ ਹੋ ਜਾਂਦੀ ਹੈ। ਕਿਸੇ ਦੀ ਜ਼ੁਬਾਨ ਵਿੱਚੋਂ ਇੱਕ ਬੋਲ ਵੀ ਨਹੀਂ ਨਿਕਲਦਾ, ਕਿਉਂਕਿ ਪਰਮਾਤਮਾ ਦਾ ਹੁਕਮ ਕੀ ਹੈ, ਇਹ ਅਗਲੇ ਪਲ ਕੀ ਹੋਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਇਹ ਜਿੰਨੇ ਜੀ ਪੈਦਾ ਹੋਏ ਨੇ, ਜਿੰਨਾ ਜਨਮ ਹੈ ਸੰਸਾਰ ਦੇ ਅੰਦਰ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਭ ਪਰਮਾਤਮਾ ਦੇ ਹੁਕਮ ਵਿੱਚ ਹੈ। ਬੰਦਾ ਦੁਖੀ ਇਸੇ ਕਰਕੇ ਹੁੰਦਾ ਹੈ ਸਾਧ ਸੰਗਤ
क्योंकि ये हुक्म नूं भी अपने मतलब अनुसार मनना चाहता है। ये कहता हुक्म मन्ना, पर मैं मन्ना अपनियां शर्तां ते। बड़ी प्यारी एक घटना मैं पढ़ी, बड़ा आनंद आया सुन के। आप जी नूं भी समझ आएगी भी हुक्म किवें मन्नीए। एक महात्मा दे कोल एक चेला गया, कहना महापुरख जी किरपा करो, मैं तुहाडे चरनां दे विच रह के जिहड़ी अध्यात्मक विद्या वो सिखनी है। गुरु ने उन्होंने अपने कोलों रख लिया, उन्होंने बचन क्या कहन लगे, बेटा जा जंगल विच जा लकड़ां लैके आ, अग बालनी है, प्रसादा पानी तैयार करना है। कहन लगा महाराज मैं तुहाडे तो विछोड़ा सहन नहीं कर सकता, मैं जंगल विच जावां लकड़ां वड्डण, तुसी आश्रम विच ते कुटिया विच बैठे हो, मैं इन्नी दूर जावां, मैं बड़ी मुश्किल नाल तुहाडे तक पहुंचिया, किरपा करो मैं तुहाडे तो हुण दूर नहीं हो सकता, मैनू अपनी शरण विच रखो, मैं लकड़ां वड्डण नहीं जा सकता। हुण जदों गुरु ने इन्नी गल सुनी, उन्हें आख्या बच्चे की भावना है, कोई गल नहीं। मीह पैन लगा, उपरों छत चोण लग पई। गुरु ने आख्या भी बेटा छत ते चढ़, मैं तेनू थल्लों मिट्टी फड़ाना, छत चौंदी पई है, मिट्टी रख दे जिथों छत चो रही है। अगों कहंदा गुरु जी मैं छत ते चढ़ा ते तुसी थल्ले, ये किवें हो सकदा, मैं उत्ते हो जावांगा तुसी थल्ले हो जाओगे। मुरशद मेरा मेरे गुरु तुसी हो, चेला कदी उच्चा ते गुरु नीवा चंगा नहीं लगदा, मैं ये काम नहीं कर सकदा, तुसी थल्ले ते मैं उत्ते। गुरु ने फिर आख्या चलो बच्चे की भावना है। मीह रुकिया ते कोई नेड़े भगत बंदा वो अपने गुरु दे लई, उस साध दे लई खीर पूड़े ते पदार्थ पकवान लैके आया। इस गुरु ने अपने चेले नूं आवाज मारी भी आ जा, प्रसादा पानी आया छक लीए। कहंदा गुरु जी तुहाडा हुक्म सिर बत्थे, ये तुहाडा हुक्म मैं नहीं मोड़ सकदा, ये तुहाडा हुक्म मैं नहीं नकार सकदा, इस हुक्म नूं मैं सिर मत्थे प्रवान करना। पर सच है साडी सारियां दी फितरत ते सुभाअ साध संगत जी यही है। जिथे जीवन दे विच सुख मिलिया असीं कहने आ परमात्मा तुहाडीआं दातां बेअंत ने, तुहाडा वर्गा कोई नहीं। ते जिथे जीवन दे विच दुख आया बंदा संसार विच भटकना शुरू कर दिंदा है। वो कदी तीर्थां ते, कदी जंगलां दे अंदर, कदी मूर्तियां दे अगे, कदी पीरां दे अगे, कदी कबरां दे अगे, पता नहीं किथे किथे सिर झुकांदा है। गुरु नानक साहब पातशाह जी कहंदे ने नहीं, हुक्मी होवन जी, उस परमात्मा दे हुक्म विच जीव साजे गए ने। हुक्म ना कहे आ जाए, हुक्मी होवन जी, हुक्म मिले वडियाई, उनके हुक्म दे विच वडियाई मिलदी है। ध्यान देना, जिहड़ा उनके हुक्म दे विच रहेगा वो वडियाई दा पात्र बनेगा। इस गल नूं थोड़ा जिहा समझ लईए। एक प्यो दे दो बच्चे ने, उस पिता ने अपने दोनों बच्चों नूं एक हुक्म कीता भी तुसीं आ काम करना है। एक बच्चे ने पिता दे हुक्म नूं मन्निया ते प्रवान कीता ते हुक्म नूं मन के वो अपने काम नूं संपूर्ण करके अपने पिता दे सामने आके खड़ा हो गया। पिता जी जो तुहाडा हुक्म सी मैं मन लिया, कर लिया। पिता ने उन्होंने गलवकड़ी विच लिया। दूजा आया, उन्हें हुक्म मन्निया ते गया ते जरूर, पर अपने पिता दे जिहड़े हुक्म नूं संपूर्ण करके नहीं आया। बड़ी नमोशी दे विच आके खलो गया। पिता ने जदों पुछया ते अगों गुस्से विच कहंदा भी मैं नहीं करना। ध्यान देना, जिन्हें प्यार नाल हुक्म मन्निया उन्हों पिता ने गलवकड़ी विच लै लिया। असीं जदों गुरु अमरदास पातशाह जी का इतिहास पढ़ने आ, साहब ने ही बचन कहा सी भाई जेठा ते भाई रामा नूं भी थड़े बनाओ। 3-4 दिन बाद भाई रामा अक गया ते कहंदा सतगुरु तुसीं बजुर्ग हो गए हो, जो कह के जांदे हो भुल जांदे हो। धन गुरु रामदास पातशाह जी क्या भाई जेठा जी कहंदे ने सतगुरु मैं जीव अलप हाँ, मेरी मत होछी है थोड़ी है, सतगुरु तुसीं जो कह के जांदे हो मैं भुल जाना। आ है हुक्म नूं मनण दी जुगत। सतगुरु कहंदे ने वडियाई उहदे हुक्म विच रह के मिलदी है। ऐसा नहीं भी एक नूं वडियाई मिल गई तो आखे भी ये परमात्मा दे हुक्म विच मिली है, एक नूं नहीं मिली तो आखे भी परमात्मा दे हुक्म विच रब नूं कोसन लग जाए, बुरा आखे नहीं। साध संगत वडियाई दा नियम है, कुदरती लॉ ऑफ नेचर है, जिहड़ा कुदरत दे नेम विच रहेगा
ਕੁਦਰਤ ਦੇ ਹੁਕਮ ਵਿੱਚ, ਮਾਲਕ ਦੇ ਹੁਕਮ ਵਿੱਚ ਰਹੇਗਾ, ਉਹ ਵਡਿਆਈ ਦਾ ਪਾਤਰ ਹੋਏਗਾ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ। ਇੱਕ ਹੁਕਮ ਨੂੰ ਮੰਨਣ ਵਾਲੇ ਉੱਚੇ ਹੋ ਜਾਂਦੇ ਨੇ, ਇੱਕ ਹੁਕਮ ਨੂੰ ਨਕਾਰ ਦੇਣ ਵਾਲੇ ਉਹ ਨੀਵੇਂ ਹੋ ਜਾਂਦੇ ਨੇ। ਸੁਭਾਵਕ ਹੈ, ਹੁਕਮ ਨੂੰ ਮੰਨਣ ਵਾਲਾ ਉੱਚਾ ਹੋਏਗਾ, ਹੁਕਮ ਨੂੰ ਨਕਾਰਨ ਵਾਲਾ ਨੀਵਾਂ ਹੋਏਗਾ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਸਤਿਗੁਰ ਕਹਿੰਦੇ ਨੇ ਪ੍ਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਜਿਹੜੇ ਕਰਮ ਕਰੇਗਾ ਤੂੰ, ਜੇ ਚੰਗੇ ਕਰਮ ਕਰੇਗਾ ਤੇ ਸਤਿਗੁਰ ਕਹਿੰਦੇ ਨੇ ਸੁਖ ਮਿਲਣਗੇ, ਜੇ ਮਾੜੇ ਕਰਮ ਕਰੇਗਾ ਤੇ ਸਤਿਗੁਰ ਕਹਿੰਦੇ ਨੇ ਦੁੱਖ ਮਿਲਣਗੇ। ਤਾਂ ਹੀ ਪਾਤਸ਼ਾਹ ਜੀ ਨੇ ਪਾਵਨ ਬਾਣੀ ਵਿੱਚ ਆਖਿਆ, ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇੱਥੇ ਤੇ ਕੁਦਰਤ ਦੇ ਹੁਕਮ ਵਿੱਚ, ਪਰਮਾਤਮਾ ਦੇ ਹੁਕਮ ਵਿੱਚ ਰਹਿ ਨਾਲ ਸਤਿਗੁਰ ਕਹਿੰਦੇ ਨੇ ਤੈਨੂੰ ਮਿਲਣਾ ਹੈ। ਤੇ ਜਿਹੜਾ ਹੁਕਮ ਵਿੱਚ ਰਹਿੰਦਾ, ਮੈਂ ਇੱਕ ਬੇਨਤੀ ਕਰਦੇ ਹਾਂ ਸਾਧ ਸੰਗਤ, ਉਹ ਜੀਵਨ ਦੇ ਅੰਦਰ ਦੁੱਖ ਆਉਣ ਵੇਲੇ ਵੀ ਕਦੇ ਘਬਰਾਉਂਦਾ ਨਹੀਂ, ਕਿਉਂਕਿ ਕੁਦਰਤ ਦਾ ਨਿਯਮ ਹੈ, ਸੁੱਖ ਆਇਆ ਤੇ ਦੁੱਖ ਵੀ ਆਏਗਾ। ਪਰ ਸੱਚ ਹੈ ਵੀ ਉਹ ਘਬਰਾਉਂਦਾ ਨਹੀਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦਿਆਂ ਦੇ ਸਰੀਰ ਸਾਹਮਣੇ ਵੇਖਦੇ ਨੇ। ਚਮਕੌਰ ਦੀ ਗੜੀ ਦੇ ਵਿੱਚੋਂ ਲੰਘਣ ਲੱਗਿਆ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਕੋਲੋਂ ਲੰਘਦੇ ਨੇ, ਬਾਬਾ ਜੁਝਾਰ ਸਿੰਘ ਦੇ ਸਰੀਰ ਕੋਲੋਂ ਲੰਘਦੇ ਨੇ। ਸਤਿਗੁਰ ਪਾਤਸ਼ਾਹ ਜੀ ਨੇ ਰੁਕ ਕੇ ਮੱਥੇ ਚੁੰਮੇ ਨੇ, ਪਰ ਧਿਆਨ ਦੇਣਾ, ਸਤਿਗੁਰ ਨੇ ਮੈਦਾਨੇ ਜੰਗ ਵਿੱਚ ਤੋਰਨ ਲੱਗਿਆ ਇਹ ਨਹੀਂ ਆਖਿਆ ਵੀ ਨਹੀਂ ਤੁਸੀਂ ਮੇਰੇ ਪੁੱਤਰ ਉੱਤੇ, ਤੁਹਾਨੂੰ ਮੈਂ ਤੋਰਨਾ ਨਹੀਂ, ਤੁਹਾਨੂੰ ਮੌਤ ਦੇ ਨੇੜੇ ਨਹੀਂ ਜਾਣ ਦੇਣਾ ਮੈਂ। ਸੱਚ ਕੁਦਰਤ ਦਾ ਨਿਯਮ ਹੈ। ਗੁਰੂ ਸਤਿਗੁਰ ਸਾਨੂੰ ਸਿਖਾ ਕੇ ਗਏ ਨੇ ਜੀਵਨ ਵਿੱਚ ਅਵਸਥਾਵਾਂ ਵਿੱਚ ਕਿਵੇਂ ਰਹਿਣਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਉਹ ਨੇ ਜਿਹੜੇ ਹੁਕਮ ਵਿੱਚ ਰਹੇ ਉਹ ਬਖਸ਼ਿਸ਼ ਦੇ ਪਾਤਰ ਬਣ ਗਏ, ਉਹਨਾਂ ਨੂੰ ਸਤਿਗੁਰ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ। ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਭਵਾਈਆਂ। ਇੱਕ ਉਹ ਨੇ ਜਿਹੜੇ ਹੁਕਮ ਵਿੱਚ ਭਟਕ ਰਹੇ ਨੇ, ਇੱਕ ਉਹ ਨੇ ਜਿਹੜੇ ਹੁਕਮ ਵਿੱਚ ਭਵਾਈਆਂ ਭਟਕ ਰਹੇ ਨੇ ਸੰਸਾਰ ਦੇ ਅੰਦਰ, ਕਿਉਂਕਿ ਉਹਨਾਂ ਨੂੰ ਸੱਚ ਪ੍ਰਤੀਤ ਨਹੀਂ ਆਇਆ, ਸੱਚ ਨਜ਼ਰ ਨਹੀਂ ਆਇਆ। ਇਸ ਕਰਕੇ ਉਹ ਦਰ ਦਰ ਦੇ ਮੁਹਤਾਜ ਬਣੇ ਹੋਏ ਨੇ। ਉਹ ਕਦੀ ਕਿਸੇ ਥਾਂ ਤੇ ਭਟਕਦੇ ਨੇ, ਕਦੀ ਕਿਸੇ ਥਾਂ ਤੇ ਭਟਕਦੇ ਨੇ, ਪਰ ਸਤਿਕਾਰਤ ਬੱਚਾ ਉਹੀ ਹੈ, ਉਹੀ ਬਖਸ਼ਿਸ਼ ਦਾ ਪਾਤਰ ਬਣਦਾ ਹੈ ਜਿਹੜਾ ਆਪਣੇ ਪਿਤਾ ਦੇ ਹੁਕਮ ਨੂੰ ਸੱਤ ਕਰਕੇ ਮੰਨ ਕੇ ਆਪਣੇ ਪਿਤਾ ਦੇ ਹੁਕਮ ਤੇ ਫੁੱਲ ਚੜਾਏ ਵੀ ਹਾਂ ਪਿਤਾ ਜੀ ਤੇ ਤੁਹਾਡਾ ਹੁਕਮ ਮੈਂ ਸਿਰ ਮੱਥੇ ਪ੍ਰਵਾਨ ਕੀਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਪਾਤਸ਼ਾਹ ਕਹਿੰਦੇ ਨੇ, ਸਾਰੀ ਖਲਕਤ, ਸਭ ਜੀ ਜੋ ਰੱਬ ਨੇ ਆਕਾਰ ਪੈਦਾ ਕੀਤੇ ਨੇ, ਸਭ ਪਰਮਾਤਮਾ ਦੇ ਹੁਕਮ ਵਿੱਚ ਨੇ, ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਹਰ ਜੀਵ ਨੂੰ ਉਹਦੇ ਹੁਕਮ ਵਿੱਚ ਜਨਮ ਲੈਣਾ ਪੈਂਦਾ, ਉਹਦੇ ਹੁਕਮ ਵਿੱਚ ਮੌਤ ਹੈ। ਉਹਦੇ ਹੁਕਮ ਨੇਮ ਦੇ ਵਿੱਚ ਰਿਹਾ, ਸੱਚ ਬੋਲਿਆ ਸਤਿਕਾਰ ਮਿਲਦਾ ਹੈ, ਵਡਿਆਈ ਮਿਲਦੀ ਹੈ। ਝੂਠ ਦਾ ਪੱਲਾ ਫੜੋਗੇ ਫਿਰ ਸੰਸਾਰ ਦੇ ਅੰਦਰ ਨਮੋਸ਼ੀ ਮਿਲੇਗੀ। ਸੱਚੇ ਧਰਮ ਦੀ ਕਿਰਤ ਕਰੋਗੇ, ਵਡਿਆਈ ਦੇ ਪਾਤਰ ਬਣੋਗੇ। ਚੋਰੀਆਂ ਠੱਗੀਆਂ ਫਰੇਬ ਕਰੋਗੇ, ਸੰਸਾਰ ਦੇ ਅੰਦਰ ਦੁਨੀਆ ਦੀ ਨਮੋਸ਼ੀ ਦੇ ਹੱਕਦਾਰ ਬਣੋਗੇ। ਜੇਲ੍ਹ ਦੇ ਵਿੱਚ ਡੱਕੇ ਜਾਓਗੇ, ਦੁੱਖ ਪਾਓਗੇ। ਸਤਿਗੁਰ ਕਹਿੰਦੇ ਨੇ, ਸੱਚ ਹੈ ਹੁਕਮ ਦੇ ਅੰਦਰ ਰਹਿਣ ਵਾਲਾ ਸਮਝ ਜਾਂਦਾ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਚੋਰ ਚੋਰੀ ਕਰਦਾ ਹੈ ਸਾਧ ਸੰਗਤ, ਇਹ ਵੀ ਉਹਦਾ ਹੁਕਮ ਹੈ, ਪਰ ਫਰਕ ਸਿਰਫ ਇੰਨਾ ਹੈ, ਉਹਨੇ ਪਰਮਾਤਮਾ ਦੇ ਹੁਕਮ ਨੂੰ, ਰੱਬ ਜੀ ਦੇ ਗੁਣਾਂ ਨੂੰ ਸਮਝਿਆ ਨਹੀਂ। ਹੁਕਮ ਹੈ, ਹੁਕਮ ਦੇ ਵਿੱਚ ਰਹਿ ਕੇ ਜਿਹੜੇ ਹਰ ਇੱਕ ਹੁਕਮ ਦਾ ਆਪਣਾ, ਹਰ ਇੱਕ ਨਿਯਮ ਦਾ, ਹਰ ਇੱਕ ਬਣਾਏ ਨਿਯਮ ਦਾ ਉਹਦੇ ਅੰਦਰ ਰਿਹਾ, ਵਡਿਆਈ ਵੀ ਹੈ। ਉਹਦੇ ਤੋਂ ਬਾਹਰ ਨਿਕਲਿਆ ਫਿਰ ਉਹਦੀ ਸਜ਼ਾ ਵੀ ਹੈ। ਜੇ ਕੋਈ ਭਲਾਈ ਕਰ ਰਿਹਾ ਤੇ ਉਹਨੂੰ ਉਹਦਾ ਫਲ ਮਿਲਦਾ ਹੈ, ਜੇ ਕੋਈ ਬੁਰਾਈ ਕਰ ਰਿਹਾ ਤੇ ਉਹ ਬੁਰਾਈ ਦੀ ਸਜ਼ਾ ਉਹਦੇ ਲਈ ਨਿਯਤ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਕੁਦਰਤ ਵਿੱਚ ਇਹ ਸਭ ਵਰਤਾਰੇ ਨੇ, ਇਹ ਪਰਮਾਤਮਾ ਦਾ ਬਣਾਇਆ ਨੇਮ ਹੈ, ਨਿਯਮ ਹੈ, ਹੁਕਮ ਹੈ। ਤਾਂ ਹੀ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈ ਨਹੀਂ, ਅਨ ਦਿਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਣੀ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਨਾਨਕ ਹੁਕਮੈ ਜੇ ਬੂਝੈ। ਇਹ ਨਾਨਕ ਜੀ, ਜੇ ਤੂੰ ਉਹਦੇ ਹੁਕਮ ਨੂੰ ਬੂਝ ਲੈ,
समझ लें। ध्यान देना, गड्डी चलाउण तो पहलां ਜਦੋਂ ਡਰਾਈਵਿੰਗ ਲਾਇਸੈਂਸ ਅਸੀਂ ਬਣਾਉਂਦੇ ਹਾਂ ਤੇ ਸਾਡੇ ਕੋਲੋਂ ਯਾਤਾਯਾਤ ਦੇ ਨਿਯਮ ਜਿਹੜੇ ਅਸੀਂ ਸੰਸਾਰ ਵਿੱਚ ਗੱਡੀ ਨੂੰ ਚਲਾ ਕੇ ਯਾਤਾਯਾਤ ਕਰਨਾ ਹੈ, ਗੱਡੀ ਡਰਾਈਵਿੰਗ ਕਰਨੀ, ਡਰਾਈਵਿੰਗ ਦੇ ਨਿਯਮ ਪਹਿਲੋਂ ਪੁੱਛੇ ਜਾਂਦੇ ਨੇ ਤਾਂ ਉਹਨੂੰ ਡਰਾਈਵਿੰਗ ਲਾਇਸੈਂਸ ਮਿਲਦਾ। ਉਹਦੇ ਕੋਲੋਂ ਗੱਡੀ ਚਲਾ ਕੇ ਵੇਖੀ ਜਾਂਦੀ ਹੈ, ਉਹਦੇ ਕੋਲੋਂ ਨਿਯਮ ਪੁੱਛੇ ਜਾਂਦੇ ਨੇ ਬਕਾਇਦਾ। ਐਸਾ ਨਾ ਹੋਵੇ ਇਹ ਗੱਡੀ ਚਲਾਉਣ ਬਹਿ ਤੇ ਜਾਏ ਪਰ ਇਹਨੂੰ ਪਤਾ ਹੀ ਨਾ ਹੋਵੇ ਸੱਜੇ ਪਾਸੇ ਚਲਾਣੀ ਕਿ ਖੱਬੇ ਪਾਸੇ ਚਲਾਣੀ ਹੈ, ਰੈੱਡ ਲਾਈਟ ਤੇ ਰੁਕਣਾ ਕਿ ਰੈੱਡ ਲਾਈਟ ਤੇ ਚੱਲਣਾ ਹੈ, ਇਹਨੂੰ ਸਮਝ ਹੀ ਨਾ ਹੋਵੇ। ਪਹਿਲੋਂ ਬਕਾਇਦਾ ਉਹਨੂੰ ਸਮਝਾਇਆ ਜਾਂਦਾ ਹੈ, ਉਹਦਾ ਇੱਕ ਪੇਪਰ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜੇ ਪਰਮਾਤਮਾ ਦੇ ਹੁਕਮ ਨੂੰ ਬੂਝ ਲੈਂਦੇ ਨੇ ਆਪਣੇ ਜੀਵਨ ਵਿੱਚ, ਭਾਵ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਸਤਿਗੁਰ ਤੇਰੇ ਹੁਕਮ ਦੇ ਵਿੱਚ ਰਿਹਾ ਆਨੰਦ ਦੇ ਸੋਖੇ, ਤੇਰੇ ਹੁਕਮ ਤੋਂ ਬਾਹਰ ਜਾਵਾਂਗੇ ਤੇ ਦੁੱਖ ਨੇ। ਸਭ ਕਹਿੰਦੇ ਨੇ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਫਿਰ ਉਹਦੇ ਜੀਵਨ ਦੇ ਅੰਦਰ ਹਉਮੈ ਜਿਹੜੀ ਹੈ ਉਹ ਪੈਦਾ ਨਹੀਂ ਹੁੰਦੀ। ਉਹ ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਵਡਿਆਈ ਦਾ ਪਾਤਰ ਬਣ ਕੇ ਵੀ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਰਹਿੰਦਾ ਹੈ। ਵਡਿਆਈ ਦਾ ਪਾਤਰ ਬਣ ਕੇ ਵੀ ਹੁਕਮ ਵਿੱਚ ਰਹਿੰਦਿਆਂ ਹੁਕਮ ਨੂੰ ਹਉਮੈ ਨਹੀਂ ਬਣਨ ਦਿੰਦਾ। ਸਾਧ ਸੰਗਤ, ਦੁਨਿਆਵੀ ਤਲ ਤੇ ਵਡਿਆਈਆਂ ਤੇ ਬੜੀਆਂ ਨੇ, ਪਰ ਸੱਚ ਹੈ ਜਿੱਥੇ ਬੰਦੇ ਕੋਲ ਵਡਿਆਈ ਆਉਂਦੀ ਉੱਥੇ ਬੰਦੇ ਕੋਲੋਂ ਹਉਮੈ ਵੀ ਆ ਜਾਂਦੀ ਹੈ। ਹਾਂ, ਰੱਬ ਨੇ ਕਿਰਪਾ ਕਰਕੇ ਕੋਈ ਦਾਤ ਦਿੱਤੀ ਹੈ, ਬਹੁਤ ਵੱਡੀ ਦਾਤ ਦਿੱਤੀ, ਤੇ ਉਹਦੇ ਸ਼ੁਕਰ ਵਿੱਚ ਰਹੀਏ ਕਿ ਸਤਿਗੁਰ ਤੇਰਾ ਸ਼ੁਕਰ ਹੈ, ਤੇਰੀ ਕਿਰਪਾ ਹੈ, ਤੂੰ ਸਾਨੂੰ ਇਹ ਦਾਤ ਦਿੱਤੀ ਹੈ। ਜਦੋਂ ਸ਼ੁਕਰ ਵਿੱਚ ਰਵਾਂਗੇ ਫਿਰ ਹੁਕਮ ਵਿੱਚ ਰਵਾਂਗੇ, ਫਿਰ ਉਹ ਹੁਕਮ ਵਿੱਚ ਰਿਆਂ ਹਉਮੈ ਨੇੜੇ ਵੀ ਨਹੀਂ ਆਏਗੀ। ਤੇ ਜੇ ਹਉਮੈ ਵਿੱਚ ਆ ਗਏ, ਸੱਚ ਜਾਣਿਓ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਸਤਿਗੁਰ ਕਹਿੰਦੇ ਨੇ ਫਿਰ ਹਉਮੈ ਦਾ ਨਾਮ ਨਾਲ ਵਿਰੋਧ ਹੈ। ਜਿੱਥੇ ਹਉਮੈ ਹੋਏਗੀ ਉੱਥੇ ਨਾਮ ਨਹੀਂ ਹੋਏਗਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਭ ਕੁਝ ਆਕਾਰ ਸ਼ੇਪ ਸਭ ਪਰਮਾਤਮਾ ਦੇ ਹੁਕਮ ਵਿੱਚ ਹੈ, ਪਰ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ। ਉਹ ਜੇ ਤੂੰ ਉਹਦੇ ਹੁਕਮ ਨੂੰ ਬੂਝ ਲੈ ਫਿਰ ਤੂੰ ਹਉਮੈ ਤੋਂ ਬਾਹਰ ਨਿਕਲ ਸਕਣਾ ਹੈ। ਫਿਰ ਇਹ ਹੁਕਮ ਤੇਰੇ ਜੀਵਨ ਵਿੱਚ ਸੁੱਖ ਬਣ ਕੇ ਆਏਗਾ। ਫਿਰ ਕੀਤਾ ਹੋਇਆ ਕਰਮ ਹਉਮੈ ਨਹੀਂ ਬਣੇਗਾ। ਸਤਿਗੁਰ ਕਿਰਪਾ ਕਰਨ, ਆਪਣੇ ਨਾਮਰਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਸਾਧ ਸੰਗਤ, ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।